1 ਸਾਲ ਦੇ ਵਿੱਚ 5 ਤੋਂ 10 ਲੱਖ ਬੱਚਾ है ਜਿਹੜਾ ਉਹ ਐਜ਼ ਆ ਸਟੂਡੈਂਟ ਬੇਸ ਦੇ ਉੱਤੇ ਬਾਹਰ ਜਾ ਰਿਹਾ, ਕੈਨੇਡਾ ਜਾ ਰਿਹਾ, ਆਸਟ੍ਰੇਲੀਆ ਜਾ ਰਿਹਾ। ਜੇ ਹੁਣ ਆਪਣੇ ਉਰੇ ਐਜੂਕੇਸ਼ਨ ਵਧੀਆ ਆ, ਆਪਣੇ ਉਰੇ ਇਨਕਮ ਸੋਰਸ ਬਹੁਤ ਵਧੀਆ ਹੋਣਗੇ ਤਾਂ ਆਪਾਂ ਸੋਚਾਂਗੇ ਕਿ ਨਹੀਂ ਮੈਂ ਆਪਣੇ ਦੇਸ਼ ਨੂੰ ਛੱਡ ਕੇ ਨਹੀਂ ਜਾਣਾ। ਜੇ ਹੁਣ ਇੱਥੇ ਹੀ ਸਟੱਡੀ ਆਪਣੀ ਸਹੀ ਹੋਵੇ, ਕੋਈ ਨਹੀਂ ਬਾਹਰ ਜਾਊਗਾ, ਸਾਰਾ ਕੁਝ ਇੱਥੇ ਸੇਫ ਹੋਗਾ, ਹੁਣ ਬੱਚਾ ਆਪਣੇ ਪੇਰੈਂਟਸ ਕੋਲ ਰਹੂਗਾ ਜੀ। ਹੁਣ ਹਮਲੇ ਦਾ ਜੀ ਪਤਾ ਨਹੀਂ ਕਰੋ ਕਿਹੜੀ ਕੰਟੀਨਿਊ ਹੋ ਜੇ ਤਾਂ ਫਿਰ ਇਦਾਂ ਨਹੀਂ ਹੈਗਾ ਕਿ ਆਪਾਂ ਬਾਹਰ ਜਾਣਾ ਬੰਦ ਕਰ ਦਈਏ ਤੇ ਆਪਾਂ ਨੂੰ ਫੈਸਿਲਿਟੀਜ਼ ਬਾਹਰ ਵਧੀਆ ਮਿਲਦੇ ਫਿਰ ਜਾਣਾ ਚਾਹੀਦਾ ਵਾ, ਕਿਉਂਕਿ ਇੰਡੀਆ 'ਚ ਅੱਜ ਕੱਲ੍ਹ ਫੈਸਿਲਿਟੀਜ਼ ਨਹੀਂ ਇੰਨੀ ਵਧੀਆ ਹੈਗੀ ਤਾਂ ਹੀ ਲੋਕ ਬਾਹਰ ਜਾਂਦੇ ਆ। ਕਿਸੇ ਵੀ ਕੰਟਰੀ ਵਿੱਚ ਕੁਝ ਵੀ ਹੋ ਸਕਦਾ, ਕਿਸੇ ਵੀ ਟਾਈਮ ਹੋ ਸਕਦਾ ਹੈ। ਜਿਵੇਂ ਕਿ ਯੂਕਰੇਨ ਬਾਰੇ ਪਤਾ ਨਹੀਂ ਸੀ ਆਪਾਂ ਨੂੰ ਕਿ ਰਸ਼ੀਆ ਉੱਤੇ ਹਮਲਾ ਕਰ ਦੇਗਾ, ਤੇ ਇਸ ਮਤਲਬ ਕਿ ਇਸ ਸਿਚੁਏਸ਼ਨ ਦੇ ਵਿੱਚ ਵੀ ਲੋਕ ਬਾਹਰ ਜਾਣਗੇ। मैम इंडिया विच ये है कि इंप्लॉयमेंट अपॉर्चुनिटीज़ थोड़ी घट है। 8-10 हज़ार की नौकरी करो, ठीक है, पूरे महीना काम करो फुल टाइम, तो 8-10 हज़ार मिलता है तो वो नहीं कुछ बन पाता। इन्ना पढ़ लिख के अपन नौकरी नहीं मिलती। सैकेंड चीज़ जे नौकरी मिलती भी है 20-25 हज़ार नाल यार किहड़े घर दा गुजारा हुंदा, मैनूं ये दस दो। ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਜਿਵੇਂ ਯੂਕਰੇਨ ਦੇ ਵਿੱਚ ਇੰਨੇ ਹਮਲੇ ਹੋ ਰਹੇ ਨੇ, ਸਟੂਡੈਂਟਸ ਕਾਫੀ ਉੱਥੇ ਫਸੇ ਹੋਏ ਨੇ, ਤੇ ਮਾइंडसेट जो स्टूडेंट्स का चेंज होगा ਇਹਦੇ ਨਾਲ? चेंज तो होगा बहुत ज़्यादा। एक स्टूडेंट की कहते हैं मौत भी हो गई, तो उसके बाद आई डोंट थिंक सो कि अब किसी भी पेरेंट भेजेगा, बिकॉज सबसे पहले तो आपका चाइल्ड ही आपके लिए इंपॉर्टेंट है। आई रियली डोंट बिलीव कि अब ना, तो मुझे भी लगता कि अब जाना चाहिए। ਪਹਿਲਾਂ ਕੀ ਹੁੰਦਾ ਸੀਗਾ 20-25 ਲੱਖ ਰੁਪਏ ਸਾਈਡ ਤੇ ਰੱਖੀ ਇਹਦਾ ਵਿਆਹ ਕਰਨਾ। ਅੱਜ ਵਿਆਹ ਦਾ ਸੀਨ ਇੰਨਾ ਨਹੀਂ ਹੈਗਾ, ਅੱਜ ਇਸ ਟਾਈਮ ਇਹ ਆ ਕਿ ਅਸੀਂ ਬਾਹਰ ਜਾਣ ਦਾ ਸੀਨ ਆ। ਕਹਿੰਦੇ ਨੇ ਕਿ ਸਰਕਾਰ ਨੂੰ ਵੀ, ਗਵਰਨਮੈਂਟ ਨੂੰ ਵੀ ਕੁਝ ਮਤਲਬ ਸੋਚਣਾ ਚਾਹੀਦਾ ਹੈ स्टूडेंट ਦੇ ਲਈ, ਤਾਂ ਕਿ ਇੱਥੇ ਹੀ ਰਹਿਣ, ਬਾਹਰ ਨਾ ਜਾਣ। हो अगर मतलब इधर प्राइसेस हाई रहेंगे तो फिर बच्चे वो ही हैं कि बाहर ही जाएंगे। तो अभी आई गेस गवर्नमेंट को थोड़ा समझना चाहिए और थोड़ा ध्यान रखना चाहिए कि वो विद इन द कॉलेजेस फीस कम करें एंड ऑल, ये कि बच्चे यहाँ पे ही रहें। ਹਾਲਾਤ ਉੱਥੇ ਜਿਵੇਂ ਕਿ ਬਣ ਰਹੇ ਨੇ, ਅਚਾਨਕ ਹੀ ਕੁਝ ਵੀ ਹੋ ਸਕਦਾ ਜਿਵੇਂ ਕਿ ਯੂਕਰੇਨ ਦੇ ਵਿੱਚ ਹੋ ਰਿਹਾ ਵਾ, ਤੇ ਉਹਦੇ ਬਾਰੇ ਕੀ ਕਹਿਣਾ ਹੈ? ਕਿ ਤਾਂ ਵੀ ਜਾਂਦੇ ਰਹਿਣਗੇ? ਮੈਮ ਜਾਂਦੇ ਤਾਂ ਰਹਿਣਗੇ, ਕੰਟਰੀ ਚੇਂਜ ਕਰ ਲੈਣਗੇ, ਵੀ ਯੂਕਰੇਨ ਨਹੀਂ ਜਾਣਗੇ। ਜਿਵੇਂ ਹੁਣ ਲੋਕਾਂ ਦੇ ਮਨ 'ਚ ਡਰ ਬਹਿ ਗਿਆ ਵੀ ਯੂਕਰੇਨ 'ਚ ਲੜਾਈ ਹੋ ਗਈ ਆ, ਵੀ ਇੱਦਾਂ ਹੋ ਜਾਊ ਉੱਦਾਂ ਹੋ ਜਾਊ। ਕੋਈ ਬਿਜ਼ਨਸਮੈਨ ਆਪਣੇ ਬੱਚੇ ਨੂੰ ਚਲੋ ਬਿਜ਼ਨਸ ਵਿੱਚ ਪਾਉਣਾ ਚਾਹੁੰਦਾ, 15-20-25 ਲੱਖ ਰੁਪਏ ਲਗਾਉਂਦਾ ਹੈ, ਤੇ ਫਿਰ ਪੇਰੈਂਟਸ ਕਹਿੰਦੇ ਜੇ ਅਸੀਂ ਇੰਨੇ ਪੈਸੇ ਲਗਾ ਕੇ ਬਾਹਰ ਕਰੀਏ, ਬਾਹਰ ਬੱਚੇ ਦਾ ਫਿਊਚਰ ਬਣ ਸਕਦਾ ਹੈ। ਹਾਂ, ਅਗਰ ਇੰਡੀਆ ਵਿੱਚ ਬੱਚਿਆਂ ਨੂੰ ਇੰਨੀ ਫੈਸਿਲਿਟੀ ਦਿੱਤੀ ਜਾਵੇ ਜੋ ਬਾਹਰ ਫੋਰਨ ਦੇ ਰਿਹਾ ਹੈ, ਤਾਂ ਫਿਰ ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜ ਸਕਦਾ। ਆਪਣੇ ਮੈਡੀਕਲ ਇੰਡੀਆ ਦੇ ਵਿੱਚ ਕਿੰਨਾ ਮਹਿੰਗਾ ਆ, ਆਪਣੇ ਸਟੱਡੀ ਉਰੇ ਕਿੰਨੀ ਮਹਿੰਗੀ ਆ। ਜੇ ਇਹ ਦੋ ਚੀਜ਼ਾਂ ਦੇ ਉੱਤੇ ਆਪਾਂ ਵਰਕ ਕਰੀਏ ਨਾ, ਮੇਰੇ ਹਿਸਾਬ ਨਾਲ ਆਉਣ ਵਾਲਾ ਜਿਹੜੀ ਆਪਣੀ ਪੀੜ੍ਹੀਆਂ ਨੇ ਉਹ ਬਹੁਤ ਸੁਧਰ ਜਾਣਗੀਆਂ। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਮਜੀਤ ਕੌਰ। ਯੂਕਰੇਨ ਦੇ ਵਿੱਚ ਰੂਸੀ ਹਮਲਿਆਂ ਦੇ ਕਰਕੇ ਲਗਾਤਾਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਾਲਾਤ ਜੋ ਕਿ ਬਹੁਤ ਖਰਾਬ ਹੋ ਚੁੱਕੇ ਹਨ, ਤੇ ਕਈ ਜਿਹੜੇ ਕਿ ਭਾਰਤੀ ਸਟੂਡੈਂਟ ਨੇ ਉੱਥੇ ਫਸੇ ਹੋਏ ਨੇ। ਕਈ ਸਟੂਡੈਂਟ ਵਾਪਸ ਆ ਚੁੱਕੇ ਹਨ, ਪਰ ਕਈ ਹਜੇ ਵੀ ਉੱਥੇ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਨੇ। ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਸਟੂਡੈਂਟ ਦੀ ਉੱਥੇ ਮੌਤ ਵੀ ਹੋ ਗਈ ਹੈ, ਜਿਸ ਦੇ ਕਰਕੇ ਮਾਪੇ ਕਾਫੀ ਪਰੇਸ਼ਾਨ ਨੇ। ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਮਾਲ ਟਾਊਨ ਐਕਸਟੈਂਸ਼ਨ ਦੇ ਵਿੱਚ। ਇਸ ਨੂੰ ਟਿਊਸ਼ਨ ਮਾਰਕੀਟ ਵੀ ਕਿਹਾ ਜਾਂਦਾ ਹੈ, ਜਿੱਥੇ ਕਿ ਕਾਫੀ ਕੋਚਿੰਗ ਸੈਂਟਰਸ ਨੇ ਅਤੇ ਸਟੂਡੈਂਟਸ ਇੱਥੋਂ ਹੀ ਕੋਚਿੰਗ ਲੈ ਕੇ ਬਾਹਰ ਜਾਂਦੇ ਨੇ। ਤੇ ਅੱਜ ਅਸੀਂ ਉਹਨਾਂ ਤੋਂ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਕਿ ਜੋ ਯੂਕਰੇਨ ਦੇ ਵਿੱਚ ਇਸ ਸਮੇਂ ਸਥਿਤੀ ਬਣੀ ਹੋਈ ਹੈ, ਉਸ ਦੇ ਕਰਕੇ ਉਹਨਾਂ ਦਾ ਮਾइंडसेट ਚੇਂਜ ਹੋਵੇਗਾ, ਕਿ ਉਹ ਬਾਹਰ ਉੱਦਾਂ ਹੀ ਜਾਂਦੇ ਰਹਿਣਗੇ ਜਾਂ ਫਿਰ ਉਹਨਾਂ ਦੇ ਮਾइंडसेट ਦੇ ਵਿੱਚ ਕੁਝ ਚੇਂਜ ਆਵੇਗਾ। ਆਓ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਕੀ ਨਾਮ ਹੈ ਤੁਹਾਡਾ? कृतिका। तो कृतिका, ਜਿਵੇਂ ਕਿ ਯੂਕਰੇਨ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਹੈ, ਮਤਲਬ ਕਿ ਹਮਲੇ ਹੋ ਰਹੇ ਨੇ, ਲੋਕ ਵੀ ਮਰ ਰਹੇ ਨੇ, ਇੱਕ ਸਟੂਡੈਂਟ ਦੀ ਵੀ ਡੈਥ ਹੋ ਗਈ ਹੈ ਉੱਥੇ, ਠੀਕ ਹੈ, ਤੇ ਮਾइंडसेट ਲੋਕਾਂ ਦਾ ਚੇਂਜ ਹੋਏਗਾ ਸਟੂਡੈਂਟਸ ਦਾ ਕਿ ਬਾਹਰ ਨਹੀਂ ਜਾਣਾ, ਜਾਂ ਕਿਵੇਂ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? मैम माइंडसेट की गल की जाए तो मतलब कहना मुश्किल है, क्योंकि हाँ यूक्रेन विच अवॉइड कर सकते हैं जाना, पर ये नहीं कि स्टूडेंट्स बिल्कुल ही नहीं जाएंगे। हो सकता है अपनी डेस्टिनेशन चेंज कर लें, जिवें आस्ट्रेलिया चले गए, कैनेडा या फिर यूके, होर उन्होंने कोल बथेरी ऑप्शनस हैगियां, पर ये मतलब कहना मुश्किल है कि हाँ हुण स्टूडेंट्स जाएंगे ही नहीं। ये थोड़ा औखा है। मतलब ਕਿਉਂ, ਮਤਲਬ ਕਿ ਕਿਉਂ, ਕਿਵੇਂ ਇਸ ਚੀਜ਼ ਤੁਸੀਂ ਦੇਖਦੇ ਹੋ ਕਿ ਕਿਉਂ ਨਹੀਂ ਬਾਹਰ ਜਾਣਗੇ? ਮਤਲਬ ਇੰਡੀਆ ਦੇ ਵਿੱਚ ਉਸ ਤਰ੍ਹਾਂ ਦੀ ਫੈਸਿਲਿਟੀਜ਼ ਨਹੀਂ ਹੈਗੀਆਂ? मैम इंडिया विच ये है कि इंप्लॉयमेंट अपॉर्चुनिटीज़ थोड़ी घट हैं, कि मतलब एक बंदा बहुत ज़्यादा स्किल्ड और क्वालिफाइड होना चाहिए एक बहुत वधिया जॉब वास्ते, नहीं तो फिर वही मतलब 8-10 हज़ार की नौकरी करो, ठीक है, पूरे महीना काम करो फुल टाइम, तो 8-10 हज़ार मिलता है तो वो नहीं कुछ बन पाता, मुश्किल होता है सर्वाइव करना। तो फिर इस करके फिर सोचती है कि हाँ बाहर मतलब डॉलर्स या उत्थे देखा जाए वो ज़्यादा है, तो पेमेंट उन्होंने बचता भी है फिर, तो इस करके प्रेफर करता है या बाहर स्टडी करके फिर इंडिया वापस आते हैं कई लोग, तो वो कहते हैं कि हाँ हुण अपॉर्चुनिटीज़ मिल जाती हैं, कि बाहर वाले स्टूडेंट्स को पहले प्रेफर किया जाता है एज़ कंपेयर टू इंडिया।
ਤੇ ਜਿਵੇਂ ਕਿ ਹੁਣ ਤੁਸੀਂ ਕਹਿ ਰਹੇ ਕਿ ਕੰਟਰੀਜ਼ ਚੇਂਜ ਕਰ ਲੈਣਗੇ, ਬਟ ਕਿਸੇ ਵੀ ਕੰਟਰੀ ਵਿੱਚ ਕੁਝ ਵੀ ਹੋ ਸਕਦਾ, ਕਿਸੇ ਵੀ ਟਾਈਮ ਹੋ ਸਕਦਾ ਹੈ। ਜਿਵੇਂ ਕਿ ਯੂਕਰੇਨ ਬਾਰੇ ਪਤਾ ਨਹੀਂ ਸੀ ਆਪਾਂ ਨੂੰ ਕਿ ਰਸ਼ੀਆ ਉੱਤੇ ਹਮਲਾ ਕਰ ਦੇਗਾ, ਤੇ ਇਸ ਮਤਲਬ ਕਿ ਇਸ ਸਿਚੁਏਸ਼ਨ ਦੇ ਵਿੱਚ ਵੀ ਲੋਕ ਬਾਹਰ ਜਾਣਗੇ, ਮਤਲਬ ਕਿ ਕੰਟਰੀ ਅਗਰ ਚੇਂਜ ਵੀ ਕਰਨਗੇ ਫਿਰ ਕੰਟਰੀ ਚੇਂਜ ਕਰਦੇ ਰਹਿਣਗੇ, ਮਤਲਬ ਇੰਡੀਆ ਦੇ ਵਿੱਚ ਨਹੀਂ ਉਹ ਰਹਿਣਾ ਪਸੰਦ ਕਰਨਗੇ। ਨਹੀਂ ਮੈਮ, ਇਹ ਤਾਂ ਮਤਲਬ ਥੋੜਾ ਓਵਰਆਲ ਸਰਵੇ ਵੀ ਕਰਨਾ ਪੈਂਦਾ, ਬੰਦਾ ਨਿਊਜ਼ ਦੇਖੇ ਪਤਾ ਚੱਲਦਾ ਰਹਿੰਦਾ ਹੈ। ਹੁਣ ਰਸ਼ੀਆ ਵਾਸਤੇ ਵੀ ਪਹਿਲੇ ਪਤਾ ਚੱਲ ਗਿਆ ਸੀਗਾ ਸਟੂਡੈਂਟਸ ਨੂੰ ਕਿ ਵਾਰ ਹੋ ਸਕਦੀ ਹੈ, ਪਰ ਸਟੂਡੈਂਟਸ ਨੇ ਉਹਨਾਂ ਦਾ ਆਪਣਾ ਡਿਸੀਜਨ ਸੀਗਾ ਕਿ ਨਹੀਂ ਹਜੇ ਨਹੀਂ ਆਉਣਾ ਸੀ, ਪਰ ਹੁਣ ਉਹ ਮਤਲਬ ਬੋਲਦੇ ਪਏ ਸੀ ਨਹੀਂ ਸਾਨੂੰ ਵਾਪਸ ਬੁਲਾਓ। ਹੁਣ ਜਦੋਂ ਐਕਚੁਅਲ ਵਾਰ ਹੋ ਗਈ ਤੇ ਮਤਲਬ ਜੇ ਉਹ ਪਹਿਲੇ ਪ੍ਰੀਕਾਸ਼ਨਸ ਲੈ ਲੈਂਦੇ, ਸਟੂਡੈਂਟਸ ਕਾਫੀ ਆਏ ਵੀ ਸੀ ਵਾਪਸ, ਉਹ ਸੇਫਡ ਆ ਗਏ, ਪਰ ਜਿਹੜੇ ਨਹੀਂ ਆਏ ਉਹਨਾਂ ਦਾ ਆਪਣਾ ਡਿਸੀਜਨ ਸੀਗਾ ਤੇ ਫਿਰ ਉਹ ਉੱਧਰ ਹੀ ਫਸ ਗਏ ਉਲਟਾ, ਤੇ ਫਿਰ ਇਹ ਉਹਨਾਂ ਵਾਸਤੇ ਦਿੱਕਤ ਵਾਲੀ ਗੱਲ ਸੀ। ਬੰਦਾ ਅਵੇਅਰ ਰਹੇ ਤਾਂ ਫਿਰ ਮਤਲਬ ਹਰ ਚੀਜ਼ ਪੋਸੀਬਲ ਹੈ, ਬੰਦਾ ਵਾਪਸ ਵੀ ਆ ਸਕਦਾ ਹੈ, ਕਿਉਂਕਿ ਆਪਣੀ ਇੰਡੀਆ ਤਾਂ ਮੈਮ ਆਪਣੀ ਹੈ ਨਾ, ਇਹ ਤਾਂ ਆਪਣੀ ਕੰਟਰੀ ਹੈ। ਇੰਡੀਆ ਮਤਲਬ ਆਪਣੇ ਪੀਐਮ ਨੇ ਬਹੁਤ ਸਪੋਰਟ ਕੀਤਾ ਹੈ, ਸਭ ਨੂੰ ਵਾਪਸ ਬੁਲਾਇਆ, ਅਫਗਾਨਿਸਤਾਨ ਤੋਂ ਵੀ ਵਾਪਸ ਬੁਲਾਇਆ ਸੀ, ਵੁਹਾਨ ਤੋਂ ਵੀ ਬੁਲਾਇਆ ਸੀ, ਹੁਣ ਯੂਕਰੇਨ ਤੋਂ ਵੀ ਬੁਲਾ ਰਹੇ ਹੈ, ਤੇ ਫਿਰ ਇਹਦੇ ਵਾਸਤੇ ਤਾਂ ਮਤਲਬ ਸੈਲਿਊਟ ਹੈ। ਮਤਲਬ ਇੰਡੀਆ ਕਾਫੀ ਕੁਝ ਕਰ ਰਹੀ ਆਪਣੇ ਸਟੂਡੈਂਟਸ ਨੂੰ ਵਾਪਸ ਲੈ ਕੇ ਆਉਣ ਵਾਸਤੇ, ਬਟ ਇੱਕ ਮਾਈਂਡਸੈਟ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਮਾਈਂਡਸੈਟ ਕਦੋਂ ਤੱਕ ਮਤਲਬ ਲੋਕਾਂ ਦਾ ਇਹੀ ਰਹੇਗਾ ਕਿ ਮਤਲਬ ਕਿ ਬਾਹਰ ਹੀ ਜਾਣਾ, ਬਾਹਰ ਜਾ ਕੇ ਅਸੀਂ ਅੱਛੀ ਐਜੂਕੇਸ਼ਨ ਲਵਾਂਗੇ, ਅੱਛੀ ਸਾਨੂੰ ਇੰਪਲੋਇਮੈਂਟ ਮਿਲੇਗੀ। ਮੈਮ ਤੁਸੀਂ ਇੱਕ ਮਦਰ ਹੋ ਇਹਨਾਂ ਦੇ, ਐਜ਼ ਅ ਮਦਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਕੋਈ ਵੀ ਪੇਰੈਂਟਸ ਨਹੀਂ ਚਾਹਣਗੇ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਜਾਣ, ਠੀਕ ਹੈ ਨਾ। ਬੱਚਿਆਂ ਨੂੰ ਦੂਰ ਭੇਜਣਾ ਬਹੁਤ ਮੁਸ਼ਕਿਲ ਆਪਣੇ ਤੋਂ, ਲੇਕਿਨ ਕਿਤੇ ਨਾ ਕਿਤੇ ਬੱਚੇ ਦੇ ਫਿਊਚਰ ਵਾਸਤੇ ਸਾਨੂੰ ਇੱਕ ਕਦਮ ਉਠਾਉਣਾ ਪੈਂਦਾ ਹੈ, ਕਿਉਂਕਿ ਹੁਣ ਬੱਚੇ ਦੇਖੋ ਗ੍ਰੈਜੂਏਸ਼ਨ ਕਰਕੇ ਮੈਂ ਦੇਖ ਰਹੀ ਹਾਂ ਬਹੁਤ ਬੱਚੇ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ, BSc MSc ਕਰਕੇ ਫਿਰ ਵੀ ਛੋਟੀ ਮੋਟੀ 1000 10,000 12,000 ਦੀ ਜੌਬ ਕਰ ਰਹੇ ਆ, ਸਵੇਰੇ ਵਿਚਾਰੇ ਘਰੋਂ ਨਿਕਲਦੇ ਰਾਤ ਤੱਕ, ਪਰ ਨਹੀਂ ਸਰਵਾਈਵ ਕਰ ਪਾ ਰਹੇ ਹੈ ਨਾ। ਫਿਰ ਅਗਰ ਕੋਈ ਬਿਜ਼ਨਸਮੈਨ ਆਪਣੇ ਬੱਚੇ ਨੂੰ ਚਲੋ ਬਿਜ਼ਨਸ ਵਿੱਚ ਪਾਉਣਾ ਚਾਹੁੰਦਾ, 15 20 25 ਲੱਖ ਰੁਪਏ ਲਗਾਉਂਦਾ ਹੈ, ਤੇ ਫਿਰ ਪੇਰੈਂਟਸ ਕਹਿੰਦੇ ਜੇ ਅਸੀਂ ਇੰਨੇ ਪੈਸੇ ਲਗਾ ਕੇ ਬਾਹਰ ਕਰੀਏ, ਬਾਹਰ ਬੱਚੇ ਦਾ ਫਿਊਚਰ ਬਣ ਸਕਦਾ ਹੈ। ਹਾਂ, ਅਗਰ ਇੰਡੀਆ ਵਿੱਚ ਬੱਚਿਆਂ ਨੂੰ ਇੰਨੀ ਫੈਸਿਲਿਟੀ ਦਿੱਤੀ ਜਾਵੇ ਜੋ ਬਾਹਰ ਫੋਰਨ ਦੇ ਰਹੇ ਹੈ, ਕੈਨੇਡਾ ਦੀ ਗੌਰਮੈਂਟ ਜੋ ਕੁਛ ਵੀ ਬਹੁਤ ਜ਼ਿਆਦਾ ਦੇ ਰਹੀ ਫੈਸਿਲਿਟੀ, ਤਾਂ ਫਿਰ ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜ ਸਕਦਾ। ਮੈਨੂੰ ਨਹੀਂ ਲੱਗਦਾ ਕਿ ਕੋਈ ਬਾਹਰ ਭੇਜੇਗਾ, ਕਿਉਂਕਿ ਪੇਰੈਂਟਸ ਵਾਸਤੇ ਬਹੁਤ ਵੱਡੀ ਮੁਸ਼ਕਿਲ ਹੈ ਕਿ ਆਪਣੇ ਬੱਚੇ ਤੋਂ ਆਪਣੇ ਤੋਂ ਦੂਰ ਕਰਨਾ ਬਹੁਤ ਵੱਡੀ ਗੱਲ ਹੈ। ਇੱਥੇ ਬੇਸਿਕ ਇਨਕਮ ਜੇ ਆਪਾਂ ਨੂੰ 25 ਤੋਂ 30,000 ਵੀ ਮਿਲੇ, ਠੀਕ ਹੈ, ਤੇ ਅਸੀਂ ਬਿਲਕੁਲ ਵੀ ਨਹੀਂ ਜਾਵਾਂਗੇ, ਅਸੀਂ ਕਿਉਂ ਜਾਈਏ। ਪਰ ਜਿੱਥੇ 10 ਤੋਂ 15,000 ਹੈ ਉਹਦੇ ਵਾਸਤੇ ਦਿੱਕਤ ਹੁੰਦੀ ਹੈ ਵੀ 10,000 ਪਿੱਛੇ ਅਸੀਂ ਪੂਰਾ ਦਿਨ ਕੰਮ ਕਰੀਏ ਤੇ ਮਿਲਣਾ ਫਿਰ 10,000 ਹੈ। 10,000 ਤਾਂ ਮੈਮ ਤੁਸੀਂ ਬਾਜ਼ਾਰ ਜਾਓ ਮਿੰਟਾਂ ਵਿੱਚ ਖਤਮ ਹੋ ਜਾਂਦਾ ਹੈ। 25-30,000 ਹੋਵੇ ਫਿਰ ਵੀ ਹੌਸਲਾ ਹੁੰਦਾ, ਚਲੋ ਪਤਾ ਇੰਕਰੀਮੈਂਟ ਹੋਏਗਾ, ਹੌਲੀ ਹੌਲੀ 50 ਵੀ ਹੋ ਜਾਊਗਾ, ਲੱਖ ਵੀ ਹੋਏਗਾ, ਉਹ ਫਿਰ ਬੰਦਾ ਫਿਰ ਕਦੀ ਵੀ ਨਹੀਂ ਜਾਊਗਾ ਆਪਣੇ ਪੇਰੈਂਟਸ ਤੋਂ ਦੂਰ। ਐਜ਼ ਅ ਸਟੂਡੈਂਟ ਤੁਸੀਂ ਗਵਰਨਮੈਂਟ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਮਤਲਬ ਹੋਣੀ ਚਾਹੀਦੀ ਨੇ ਫੈਸਿਲਿਟੀਜ਼? ਮੈਮ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮਤਲਬ ਇੰਪਲੋਇਮੈਂਟ ज़्यादा होनी चाहिए हैं। ਈਵਨ ਫਰੈਸ਼ਰਸ ਨੂੰ ਵੀ ਮਿਲਣਾ ਚਾਹੀਦਾ ਹੈ ਚਾਂਸ ਆਪਣੇ ਆਪ ਨੂੰ ਪ੍ਰੂਵ ਕਰਨ ਦਾ, ਕਿਉਂਕਿ ਹਰ ਕੋਈ ਸਕਿਲਡ ਮੰਗਦਾ ਹੈ, ਐਕਸਪੀਰੀਅੰਸ ਮੰਗਦਾ ਹੈ। ਹੁਣ ਜਿਹੜਾ ਹੁਣੇ ਨਿਕਲਿਆ ਕਾਲਜ ਤੋਂ ਹੁਣ ਬੰਦਾ ਐਕਸਪੀਰੀਅੰਸ ਕਿੱਧਰੋਂ ਲੈ ਕੇ ਆਵੇ, ਤੇ ਕੋਈ ਪੋਸੀਬਲ ਨਹੀਂ ਹੈ। ਤੇ ਫਿਰ ਇਸ ਕਰਕੇ ਫਰੈਸ਼ਰਸ ਨੂੰ ਚਾਂਸ ਦਿਓ, ਉਹਨਾਂ ਦੀ ਥੋੜੀ ਪੇ ਜ਼ਿਆਦਾ ਰੱਖੋ। ਠੀਕ ਹੈ, ਉਹ ਨਹੀਂ ਕਰ ਸਕਦੇ, ਉਹ ਤੁਹਾਡੀ ਮਰਜ਼ੀ ਹੈ, ਠੀਕ ਹੈ, ਉਹ ਅੱਗੇ ਕੰਪਨੀ ਦੇ ਰੂਲਸ ਆਪਣੇ ਹੈ, ਪਰ ਇੱਕ ਵਾਰ ਚਾਂਸ ਜ਼ਰੂਰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਪ੍ਰੂਵ ਕਰਨ ਦਾ। ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਜਿਵੇਂ ਯੂਕਰੇਨ ਦੇ ਵਿੱਚ ਇੰਨੇ ਹਮਲੇ ਹੋ ਰਹੇ ਨੇ, ਸਟੂਡੈਂਟਸ ਕਾਫੀ ਉੱਥੇ ਫਸੇ ਹੋਏ ਨੇ, ਤੇ ਮਾइंडसेट जो स्टूडेंट्स ਦਾ चेंज ਹੋਵੇਗਾ ਇਹਦੇ ਨਾਲ ਜਾਂ ਫਿਰ ਬਾਹਰ उदा ही जाते रहेंगे? श्योर चेंज तो होगा बहुत ज़्यादा, बिकॉज वैसे भी यूक्रेन ऐसे तो नहीं है कि बहुत ज़्यादा डेवलप्ड कंट्री है। बेसिकली वहाँ पे थोड़ी प्राइसेस जो एजुकेशन की होती हैं वो कम है फ़ीस, तो इसीलिए जो पेरेंट्स होते हैं वो इंडिया में जिनको नहीं मिलती है सीट्स या फिर काफ़ी एक्सपेंसिव होती है, जो अफोर्डेबल नहीं होती है इतनी, तो वो बाहर कंट्रीज़ में भेजते हैं, जैसे यूक्रेन हो गया, रशिया हो गया, चाइना हो गया एंड अदर कंट्रीज़ लाइक नेपाल, भूटान। बट यूक्रेन में इतना होने के बाद बेसिकली वहाँ पे बच्चे इतने ज़्यादा मतलब फंसे हुए हैं एंड ऑल, एक स्टूडेंट की कहते हैं मौत भी हो गई। तो उसके बाद आई डोंट थिंक सो कि अब किसी भी पेरेंट भेजेगा, बिकॉज सबसे पहले तो आपका चाइल्ड ही आपके लिए इंपॉर्टेंट है। आई रियली डोंट बिलीव कि अब ना, तो मुझे नहीं लगता कि अब जाना चाहिए, तो आपको इंडिया में ही थोड़ा करना चाहिए एक्सप्लोर, या फिर आपको अगर कहीं मतलब जाना भी है तो आप थोड़ी आई गेस इस टाइम पे कहीं आसपास जैसे नेपाल हो गया, भूटान हो गया, वहाँ जा सकते हैं इफ़ यू रियली वांट टू स्टडी सम। बट जैसे कि जिमें कहते हैं कि सरकार ਨੂੰ ਵੀ ਗਵਰਨਮੈਂਟ ਨੂੰ ਵੀ ਕੁਝ ਮਤਲਬ ਸੋਚਣਾ ਚਾਹੀਦਾ ਹੈ ਸਟੂਡੈਂਟ ਦੇ ਲਈ, ਤਾਂ ਕਿ ਇੱਥੇ ਹੀ ਰਹਿਣ, ਬਾਹਰ ਨਾ ਜਾਣ। ਉਹ
बेसिकली मैं वही कह रही हूँ कि वहाँ पे जैसे यहाँ पे मैं मेडिकल से हूँ, तो मुझे पता है यहाँ पे जैसे मेडिकल कॉलेजेस की फ़ीस एक्सपेंसिव है। तो यहाँ पे अगर मार्क्स नहीं आते बच्चों को, वहाँ पे इसी प्राइस में इंडिया में जो वहाँ पे मतलब जिनके मार्क्स अच्छे आते हैं वहाँ पे पैकेजेस होते हैं, तो वहाँ पे चले जाते हैं। बट अभी अगर मतलब इधर प्राइसेस हाई रहेंगे तो फिर बच्चे वही हैं कि बाहर ही जाएंगे। तो अभी आई गेस गवर्नमेंट को थोड़ा समझना चाहिए और थोड़ा ध्यान रखना चाहिए कि वो विद इन द कॉलेजेस फ़ीस कम करें एंड ऑल, ये कि बच्चे यहाँ पे ही रहें। और कोई किसी की फ़र्स्ट प्रेफरेंस नहीं होती अब्रॉड जाकर किसी वहाँ पे सिर्फ स्टडीज़ के लिए जाना एंड फिर यहाँ पे आके करना। तो मैं तो ये बिलीव करती हूँ कि करना चाहिए कुछ गवर्नमेंट को इसके रिलेटेड। ਕੀ ਨਾਮ ਹੈ ਤੁਹਾਡਾ? ਨਿਖਿਲ। ਹਾਂਜੀ ਨਿਖਿਲ, ਤੇ ਜਿਵੇਂ ਕਿ ਯੂਕਰੇਨ ਦੇ ਵਿੱਚ ਹੁਣ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਕਿ ਸਟੂਡੈਂਟਸ ਕਾਫੀ ਉੱਥੇ ਫਸੇ ਹੋਏ ਨੇ, ਤੇ ਪੰਜਾਬ ਦੇ ਲੋਕ ਜਿਹੜੇ ਕਿ ਸਟੂਡੈਂਟਸ ਨੇ ਜਿਹੜੇ ਕਿ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਦਾ ਕੀ ਮਾਈਂਡਸੈਟ ਚੇਂਜ ਹੋਵੇਗਾ ਇਹਦੇ ਨਾਲ ਜੋ ਹਮਲੇ ਹੋ ਰਹੇ ਨੇ ਯੂਕਰੇਨ ਦੇ ਵਿੱਚ? ਜੀ ਹੁਣ ਹਮਲੇ ਤਾਂ ਜੀ ਪਤਾ ਨਹੀਂ ਕਰੋ ਕਿਹੜੀ ਕੰਟਰੀ ਨੂੰ ਹੋ ਜੇ, ਤਾਂ ਫਿਰ ਇਦਾਂ ਨਹੀਂ ਹੈਗਾ ਕਿ ਆਪਾਂ ਬਾਹਰ ਜਾਣਾ ਬੰਦ ਕਰ ਦਈਏ, ਤੇ ਆਪਾਂ ਨੂੰ ਫੈਸਿਲਿਟੀਜ਼ ਬਾਹਰ ਵਧੀਆ ਮਿਲਦੇ ਫਿਰ ਜਾਣਾ ਚਾਹੀਦਾ ਵਾ, ਕਿਉਂਕਿ ਇੰਡੀਆ 'ਚ ਅੱਜ ਕੱਲ੍ਹ ਫੈਸਿਲਿਟੀਜ਼ ਨਹੀਂ ਇੰਨੀ ਵਧੀਆ ਹੈਗੀ, ਤਾਂ ਹੀ ਲੋਕ ਬਾਹਰ ਜਾਂਦੇ ਆ। ਕੀ ਫੈਸਿਲਿਟੀ ਇੱਥੇ ਹੋਣੀ ਚਾਹੀਦੀ ਤੁਹਾਡੇ ਮੁਤਾਬਿਕ? मीन्स अनएम्प्लॉयमेंट रेट घट होना चाहिए जी, मीन्स सारे जॉब मिलनी चाहिए, सम एक्सटेंट तक मिलनी चाहिए, और एजुकेशन थोड़ा जिहा उनके कोर्स थोड़ा लैवल घट होना चाहिए जी, सो दैट कि नॉर्मल फैमिली और लो पॉवर्टी लाइन वाले भी पढ़ सकन। मतलब माइंडसेट चेंज नहीं होगा लोगों का? हाँ जी, बाहर तो जाते रहोगे जी, लोगों को जो फ्यूचर नहीं दिखता फिर तो बाहर जाओगे ही जाओगे। ਇੰਡੀਆ 'ਚ ਮੈਂ ਪੰਜਾਬ 'ਚ ਕੋਈ ਆਈਟੀ ਕੰਪਨੀ ਨਹੀਂ ਹੈਗੀ, ਸਾਰਿਆਂ ਨੇ ਬਾਹਰ ਮੂਵ ਹੋਣਾ ਚਾਹੁੰਦੇ ਆ ਵੀ ਨੋਇਡਾ ਚੱਲ ਜੀ, ਚਲੋ ਜੇ ਕੋਈ ਡਿਸਾਈਡ ਵੀ ਕਰਦਾ ਨੋਇਡਾ ਵਗੈਰਾ ਮੂਵ ਹੋ ਜੂ, ਬੈਂਗਲੌਰ ਹੋ ਜੂਗਾ। ਤੇ ਮੈਂ ਪਰ ਜੋ ਕਰਨਾਟਕ 'ਚ ਹੋ ਰਿਹਾ ਉਹ ਸਹੀ ਨਹੀਂ ਨਾ ਹੈਗਾ, ਜਿਵੇਂ ਮੁਸਲਿਮਸ ਨਾਲ ਹੋਇਆ, ਸਿੱਖ ਨਾਲ ਹੋਇਆ। ਇਹ ਪਤਾ ਨਹੀਂ ਹੁਣ ਕੌਣ ਨੇ ਵੀ ਗੌਰਮੈਂਟ ਦੁਆਰਾ ਕਈ ਬੰਦੇ ਭੇਜੇ ਗਏ, ਭੜਕਾਏ ਗਏ ਜਾਂ ਕੀ ਆ, ਕੁਛ ਨਹੀਂ ਪਤਾ। ਹੁਣ ਕੁਛ ਨਹੀਂ ਕਹਿ ਸਕਦੇ ਇਸ ਬਾਰੇ, ਪਰ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਨਾ, ਉਹ ਵੀ ਤਾਂ ਕਰਦੇ ਆ ਸਾਡੇ ਦੇਖਦੇ ਹੀ ਆ ਵੀ ਉੱਥੇ ਸਾਡਾ ਬੱਚਾ ਸਿਕਿਉਰ ਨਹੀਂ ਹੈਗਾ। ਫਿਰ ਬਾਹਰ ਮਤਲਬ ਕਹਿਣਾ ਵੀ ਆਪਣੇ ਦੇਸ਼ ਦੇ ਵਿੱਚ ਵੀ ਸਿਕਿਉਰਿਟੀ ਨਹੀਂ ਹੈਗੀ। ਹਾਂਜੀ ਮੈਮ, ਪੰਜਾਬ 'ਚ ਵੀ ਕਿੱਥੇ ਆ ਮੈਮ, ਬਾਹਰ ਤਾਂ ਚਲੋ ਹੋਰ ਵੀ ਜ਼ਿਆਦਾ ਵਾ ਨਾ, ਵੀ ਜਿਹੜੇ ਲੋਕ ਜਿਵੇਂ ਸਿੱਖ ਹੋ ਗਏ ਜਾਂ ਮੁਸਲਿਮ ਹੋ ਗਏ ਇਹ ਘੱਟ ਨੇ ਥੋੜ੍ਹੇ ਇੰਡੀਆ 'ਚ, ਉਹਨਾਂ ਨਾਲ ਫਿਰ ਕੰਪੈਰੀਜ਼ਨ ਹੁੰਦਾ ਵਾ, ਫਿਰ ਇਹ ਜੋ ਕੋਈ ਗਲਤ ਆ। ਅਤੇ ਪੰਜਾਬ 'ਚ ਅਗਲੇ ਤਾਂ ਰਹਿੰਦੇ ਵੀ ਚਲੋ ਆਫਟਰ +2 ਬਾਹਰ ਦਾ ਦੇਖ ਲਾਂਗੇ, ਕੈਨੇਡਾ ਮੂਵ ਕਰ ਦਾਂਗੇ। ਮੇਨਲੀ ਇਹੀ ਹੈ ਸਾਰਿਆਂ ਦਾ ਫੋਕਸ, ਕਿਉਂਕਿ ਇੱਥੇ ਪੰਜਾਬੀ ਕਾਫੀ ਪਹੁੰਚੇ ਹੋਏ ਨੇ ਅਤੇ ਜੋ ਕਮਿਊਨਿਟੀ ਉਹਨਾਂ ਦੀ ਹਾਈ ਹੋ ਚੁੱਕੀ ਆ, ਫਿਰ ਉਹਨਾਂ ਨੂੰ ਫਿਰ ਵੀ ਸੇਫ ਆ ਵੀ ਕਾਫੀ ਹੈਗੇ ਨੇ ਇੱਥੇ ਸਾਡੇ ਨਾਲ ਦੇ, ਅਤੇ ਤਾਂ ਕਰਕੇ ਲੋਕ ਕੈਨੇਡਾ ਵੱਲ ਜ਼ਿਆਦਾ ਧਿਆਨ ਕਰਦੇ ਆ, ਆਸਟ੍ਰੇਲੀਆ ਵੱਲ ਕਰਦੇ ਉਸ ਤੋਂ ਬਾਅਦ, ਪਰ ਮੋਸਟਲੀ ਕੈਨੇਡਾ ਜ਼ਿਆਦਾ ਮੂਵ ਕਰਦੇ ਆ, ਇਸੇ ਕਰਕੇ ਵੀ ਪੰਜਾਬੀ ਉੱਥੇ ਅਵੇਲੇਬਲ ਨੇ। ਪਰ ਜੋ ਹਾਲਾਤ ਉੱਥੇ ਜਿਵੇਂ ਕਿ ਬਣ ਰਹੇ ਨੇ, ਅਚਾਨਕ ਹੀ ਕੁਝ ਵੀ ਹੋ ਸਕਦਾ ਜਿਵੇਂ ਕਿ ਯੂਕਰੇਨ ਦੇ ਵਿੱਚ ਹੋ ਰਿਹਾ ਵਾ, ਤੇ ਉਹਦੇ ਬਾਰੇ ਕੀ ਕਹਿਣਾ ਹੈ ਕਿ ਤਾਂ ਵੀ ਜਾਂਦੇ ਰਹਿਣਗੇ? ਮੈਮ ਜਾਂਦੇ ਤਾਂ ਰਹਿਣਗੇ, ਕੰਟਰੀ ਚੇਂਜ ਕਰ ਲੈਣਗੇ, ਵੀ ਯੂਕਰੇਨ ਨਹੀਂ ਜਾਣਗੇ। ਜਿਵੇਂ ਹੁਣ ਲੋਕਾਂ ਦੇ ਮਨ 'ਚ ਡਰ ਬਹਿ ਗਿਆ ਵੀ ਯੂਕਰੇਨ 'ਚ ਲੜਾਈ ਹੋ ਗਈ ਆ, ਵੀ ਇੱਦਾਂ ਹੋ ਜਾਊ ਉੱਦਾਂ ਹੋ ਜਾਊ, ਅਤੇ ਲੋਕ ਦੂਸਰੀ ਕੰਟਰੀ ਦੇਖ ਲੈਣਗੇ। ਪਰ ਜਿਹੜੇ ਸਟੂਡੈਂਟਸ ਵਾਪਸ ਆ ਰਹੇ ਨੇ ਵਾਪਿਸ, ਹਾਂਜੀ ਮੈਂ ਵਾਪਿਸ ਆ ਰਹੇ, ਕਿਉਂਕਿ ਉਹਨਾਂ ਦੇ ਪੇਰੈਂਟਸ ਵੀ ਕਹਿ ਰਹੇ ਆ ਵੀ ਜੇ ਲੜਾਈ ਹੋ ਰਹੀ ਤੁਸੀਂ ਵਾਪਸ ਆ ਜਾਓ। ਉਹਨਾਂ ਦੀ ਗੱਲ ਵੀ ਸਹੀ ਆ ਵੀ ਉੱਥੇ ਰਹਿ ਕੇ ਮਰਨ ਨਾਲੋਂ ਚੰਗਾ ਵੀ ਬੰਦਾ ਇਨਟੇਕ ਵਗੈਰਾ ਚੇਂਜ ਕਰ ਲੇ, ਸਟੱਡੀ ਥੋੜ੍ਹੀ ਅੱਗੇ ਪਾ ਦੇਵੇ, ਹੁਣ ਦੇ ਟਾਈਮ ਆ ਜਾਵੇ, ਅੱਗੇ ਜਾ ਕੇ ਮਾਹੌਲ ਠੀਕ ਹੋ ਜਾਊਗਾ, ਉਦੋਂ ਬੰਦੇ ਚਲੇ ਜਾਣਗੇ। ਪਰ ਜਾਣਗੇ ਮੈਮ ਰੁਕਣ ਨਹੀਂ ਵਾਲੇ ਸਟੂਡੈਂਟ, ਕਿਉਂਕਿ ਉਰੇ ਵੀ ਉਹਨਾਂ ਨੂੰ ਫਿਊਚਰ ਕੁਛ ਨਹੀਂ ਦਿਖ ਰਿਹਾ। MBBS ਕਰ ਰਿਹਾ ਜੀ, ਇੱਥੇ ਦਾ ਖਰਚਾ ਘੱਟੋ ਘੱਟ 80-85 ਲੱਖ ਰੁਪਈਆ ਹੈਗਾ ਜੀ, ਅਤੇ ਉੱਥੇ ਹੈਗਾ ਜੀ 20 ਤੋਂ 25 ਲੱਖ, ਅਤੇ ਇੱਥੇ ਨਾਲੋਂ ਤਾਂ ਉੱਥੇ ਹੀ ਪ੍ਰੈਫਰ ਕਰਨਗੇ। ਜੇ ਹੁਣ ਇੱਥੇ ਹੀ ਸਟੱਡੀ ਆਪਣੀ ਸਹੀ ਹੋਵੇ, ਇੱਥੇ ਹੀ ਆਪਣੇ ਬੱਚੇ ਦਾ ਫਾਈਨੈਂਸ਼ੀਅਲ, ਹੁਣ ਜਿਹੜੇ ਚਲੋ +2 ਤੱਕ ਤਾਂ ਬੱਚਾ ਆ ਜਾਂਦਾ ਜੀ, ਅੱਗੇ ਹੁਣ ਉਹਨੇ ਆਪਣਾ ਮੈਡੀਕਲ ਅੱਗੇ ਕਰਨੀ ਆ, ਅਤੇ ਹੁਣ ਉਹ ਤਾਂ ਬੱਚੇ ਦੇ ਹੱਥੋਂ ਬਾਹਰ ਹੋ ਜਾਣਾ, ਪੇਰੈਂਟਸ ਅਗਲੇ ਜਵਾਬ ਦਿੰਦੇ ਨਹੀਂ, ਤਾਂ ਜੇ ਕੁੜੀ ਹੋਵੇ ਉਹਦਾ ਵਿਆਹ ਕਰ ਦਿੰਦੇ, ਠੀਕ ਹੈ ਨਾ। ਮੁੰਡੇ ਨੂੰ ਫਿਰ ਵੀ ਔਖਾ ਸੌਖਾ ਇੱਧਰੋਂ ਲੋਨ ਲੈ ਕੇ ਫਿਰ ਵੀ ਬਾਹਰ ਭੇਜ ਕੇ ਉਹਨੂੰ ਕਰਾ ਦਿੰਦੇ। ਜੇ ਹੀ ਇੱਥੇ ਚੀਜ਼ ਹੋਵੇ ਨਾ, ਕੋਈ ਨਹੀਂ ਬਾਹਰ ਜਾਊਗਾ, ਸਾਰਾ ਕੁਝ ਇੱਥੇ ਸੇਫ ਹੋਊਗਾ, ਆਪਣਾ ਬੱਚਾ ਆਪਣੇ ਪੇਰੈਂਟਸ ਕੋਲ ਰਹੂਗਾ ਜੀ। ਇੱਕ ਮੈਂ ਤੁਹਾਨੂੰ ਇੱਕ ਓਪੀਨੀਅਨ ਦਿੱਤੀ ਆਪਣੀ, ਇਹ ਚੀਜ਼ ਇਹ ਪੰਜਾਬ ਗੌਰਮੈਂਟ, ਇੰਡੀਅਨ ਗੌਰਮੈਂਟ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਬਸ। ਸੋ ਅਸੀਂ ਸਟੂਡੈਂਟਸ ਦੇ ਨਾਲ ਗੱਲਬਾਤ ਕਰ ਰਹੇ ਸੀਗੇ, ਸਰਵੇ ਕਰ ਰਹੇ ਸੀ ਜੋ ਯੂਕਰੇਨ ਦਾ ਮੁੱਦਾ ਹੈ ਅੱਜ ਕੱਲ੍ਹ, ਕਿ ਸਟੂਡੈਂਟ ਦਾ ਮਾਈਂਡਸੈਟ ਚੇਂਜ ਹੋਇਆ ਕਿ ਨਹੀਂ। ਤੇ ਅਸੀਂ ਸਾਡੀ ਟੀਮ ਅਸੀਂ ਗੁਜ਼ਰ ਰਹੇ ਸੀ ਟਿਊਸ਼ਨ ਮਾਰਕੀਟ ਤੋਂ, ਅਤੇ ਅਮਰ ਦੇਵਗਨ ਜੀ ਸਾਨੂੰ ਮਿਲੇ, ਅਤੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਇਸ ਟੌਪਿਕ 'ਤੇ। ਸਰ ਵੀ ਕਿੱਦਾਂ ਤੁਸੀਂ ਦੇਖਦੇ ਹੋ ਕਿ ਯੂਕਰੇਨ ਦੇ ਵਿੱਚ ਇੰਨਾ ਕੁਝ ਹੋ ਰਿਹਾ, ਇੰਨੇ ਹਾਲਾਤ ਜਿਵੇਂ ਕਿ ਮਾੜੇ ਹੋਏ ਪਏ ਨੇ, ਪੇਰੈਂਟਸ ਵੀ ਪਰੇਸ਼ਾਨ ਨੇ ਜਿਹੜੇ ਕਿ ਇੰਡੀਅਨ ਸਟੂਡੈਂਟਸ ਉੱਥੇ ਗਏ ਹੋਏ ਨੇ ਸਟੱਡੀ ਕਰਨ ਦੇ ਵਾਸਤੇ, ਅਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਸਟੂਡੈਂਟਸ ਦਾ, ਪੇਰੈਂਟਸ ਦਾ ਮਾਈਂਡਸੈਟ ਚੇਂਜ ਹੋਵੇਗਾ? ਤੁਹਾਨੂੰ ਕੀ ਲੱਗਦਾ ਹੈ? ਅਕੋਰਡਿੰਗ ਟੂ ਮੀ ਨਹੀਂ। ਜੇ ਆਪਣੀਆਂ ਭਾਰਤ ਦੀਆਂ ਸਰਕਾਰਾਂ ਸਹੀ ਹੋਣਗੀਆਂ, ਆਪਣੀ ਗੌਰਮੈਂਟ ਸਹੀ ਹੋਊਗੀ, ਤਾਂ ਆਪਣੇ ਮਾਈਂਡਸੈਟਸ ਦੁਬਾਰਾ ਸਹੀ ਹੋਣੇ ਸ਼ੁਰੂ ਹੋਣਗੇ ਕਿ ਆਪਾਂ ਉਰੇ ਹੀ ਠੀਕ ਆ, ਆਪਣੀ ਇਨਕਮ ਸੋਰਸ ਉਰੇ ਬਹੁਤ ਵਧੀਆ ਆ, ਆਪਣਾ ਸਟੇਬਲ ਜਿਹੜੇ ਆਪਾਂ ਉਰੇ ਬਹੁਤ ਵਧੀਆ। ਜਿਹੜੇ ਸਰਕਾਰਾਂ ਦੇ ਝੂਠੇ ਲਾਰੇ ਨੇ ਕਿ ਤੁਹਾਨੂੰ ਇੰਨੀਆਂ ਨੌਕਰੀਆਂ ਮਿਲਣਗੀਆਂ, ਸਾਡੀ ਸਰਕਾਰ ਬਣਾਓ, ਆਹ ਕੁਛ ਆਊਗਾ, ਅਸੀਂ ਆਹ ਲੈ ਕੇ ਆਵਾਂਗੇ। ਜੇ ਆਪਣੀਆਂ ਸਰਕਾਰਾਂ ਆਪਣੇ ਮੁੱਦਿਆਂ ਦੇ ਉੱਤੇ ਸਹੀ ਉਤਰਨਗੀਆਂ ਤਾਂ ਆਪਾਂ ਆਪਣੇ ਦੇਸ਼ ਨੂੰ ਨਾ ਛੱਡ ਕੇ ਜਾਣ ਬਾਰੇ ਸੋਚਾਂਗੇ। ਮੇਰੇ ਹਿਸਾਬ ਨਾਲ ਅੱਜ ਮੈਂ ਦੇਖ ਰਿਹਾ ਸੀਗਾ
1 ਸਾਲ ਦੇ ਵਿੱਚ 5 ਤੋਂ 10 ਲੱਖ ਬੱਚਾ ਹੈ ਜਿਹੜਾ ਉਹ ਐਜ਼ ਆ ਸਟੂਡੈਂਟ ਬੇਸ ਦੇ ਉੱਤੇ ਬਾਹਰ ਜਾ ਰਿਹਾ, ਕੈਨੇਡਾ ਜਾ ਰਿਹਾ, ਆਸਟ੍ਰੇਲੀਆ ਜਾ ਰਿਹਾ। ਜੇ ਹੁਣ ਆਪਣੇ ਉਰੇ ਐਜੂਕੇਸ਼ਨ ਵਧੀਆ ਆ, ਆਪਣੇ ਉਰੇ ਇਨਕਮ ਸੋਰਸ ਬਹੁਤ ਵਧੀਆ ਹੋਣਗੇ ਤਾਂ ਆਪਾਂ ਸੋਚਾਂਗੇ ਕਿ ਨਹੀਂ ਮੈਂ ਆਪਣੇ ਦੇਸ਼ ਨੂੰ ਛੱਡ ਕੇ ਨਹੀਂ ਜਾਣਾ। ਅਸੀਂ ਗੱਲ ਕਰ ਰਹੇ ਸੀਗੇ ਸਟੂਡੈਂਟਸ ਦੇ ਨਾਲ ਵੀ, ਸਟੂਡੈਂਟ ਕਹਿੰਦੇ ਕਿ ਇੱਥੇ ਜਿਵੇਂ ਕਿ ਮੈਡੀਕਲ ਦੀ ਪੜ੍ਹਾਈ ਦੇ 80-85 ਲੱਖ ਲੱਗਦਾ, ਉਹੀ ਅਸੀਂ ਬਾਹਰ ਜਾ ਕੇ ਕਰੀਏ ਤਾਂ 20 ਤੋਂ 25 ਲੱਖ ਦੇ ਵਿੱਚ ਪੜ੍ਹਾਈ ਹੋ ਜਾਂਦੀ ਹੈ। ਤੇ ਓਬਵੀਅਸਲੀ ਕੌਣ ਨਹੀਂ ਜਾਣਾ ਚਾਹੂਗਾ ਜਿਹੜਾ। ਜੇ ਮੈਂ ਓਪਨਲੀ ਬੋਲਾਂ ਨਾ, ਅੱਜ ਦੇ ਟਾਈਮ ਦੇ ਵਿੱਚ ਸਰਕਾਰਾਂ ਕੋਲੇ ਸਿਰਫ 2 ਇੱਦਾਂ ਦੇ ਕੰਮ ਰਹਿ ਗਏ ਨੇ ਜਿਨ੍ਹਾਂ ਤੋਂ ਉਹ ਖਾ ਸਕਦੇ ਆ। ਪਹਿਲਾ ਐਜੂਕੇਸ਼ਨ ਬੋਰਡ ਤੇ ਸੈਕਿੰਡ ਮੈਡੀਕਲ। ਆਪਣੇ ਮੈਡੀਕਲ ਇੰਡੀਆ ਦੇ ਵਿੱਚ ਕਿੰਨਾ ਮਹਿੰਗਾ ਆ, ਆਪਣੇ ਸਟੱਡੀ ਉਰੇ ਕਿੰਨੀ ਮਹਿੰਗੀ ਆ। ਜੇ ਇਹ 2 ਚੀਜ਼ਾਂ ਦੇ ਉੱਤੇ ਆਪਾਂ ਵਰਕ ਕਰੀਏ ਨਾ, ਮੇਰੇ ਹਿਸਾਬ ਨਾਲ ਆਉਣ ਵਾਲਾ ਜਿਹੜੀ ਆਪਣੀ ਪੀੜ੍ਹੀਆਂ ਨੇ ਉਹ ਬਹੁਤ ਸੁਧਰ ਜਾਣਗੀਆਂ। ਤੇ ਸੈਕਿੰਡ ਚੀਜ਼, ਜੇ ਆਪਾਂ ਨੂੰ ਉਰੇ ਰੋਜ਼ਗਾਰ ਮਿਲਣਾ ਸ਼ੁਰੂ ਹੋਊਗਾ, ਇੰਨਾ ਪੜ੍ਹ ਲਿਖ ਕੇ ਆਪਾਂ ਨੂੰ ਨੌਕਰੀ ਨਹੀਂ ਮਿਲਦੀਆਂ। ਸੈਕਿੰਡ ਚੀਜ਼, ਜੇ ਨੌਕਰੀ ਮਿਲਦੀ ਵੀ ਆ 20-25 ਹਜ਼ਾਰ ਨਾਲ, ਯਾਰ ਕਿਹੜੇ ਘਰ ਦਾ ਗੁਜ਼ਾਰਾ ਹੁੰਦਾ ਮੈਨੂੰ ਇਹ ਦੱਸ ਦਿਓ। ਤੁਹਾਡੇ ਘਰ ਦਾ ਗੁਜ਼ਾਰਾ ਨਹੀਂ ਹੋਣਾ, ਮੇਰੇ ਹਿਸਾਬ ਨਾਲ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋਣਾ। ਜੇ ਆਪਣੇ ਇਨਕਮ ਸੋਰਸ ਬਹੁਤ ਵਧੀਆ ਹੋਣਗੇ ਤਾਂ ਆਪਾਂ ਇਹ ਸੋਚਾਂਗੇ ਕਿ ਨਹੀਂ ਯਾਰ ਮੈਨੂੰ ਬਾਹਰ ਜਾਣ ਦੀ ਕੀ ਲੋੜ ਆ, ਮੇਰਾ ਉਰੇ ਬਹੁਤ ਵਧੀਆ ਸਰਦਾ ਪਿਆ। ਕੋਈ ਵੀ ਮਾਪੇ ਇਹ ਨਹੀਂ ਚਾਹੁੰਦੇ ਹੁੰਦੇ ਕਿ ਮੈਂ ਆਪਣੇ ਜਵਾਕ ਨੂੰ ਇੰਨਾ ਵੱਡਾ ਕਰਾਂ ਤੇ ਬਾਅਦ 'ਚੋਂ ਇੰਨਾ ਵੱਡਾ ਕਰਕੇ ਆਪਾਂ ਆਪਣੇ ਤੋਂ ਦੂਰ ਕਰ ਦਈਏ। ਰੀਜ਼ਨ ਕੀ ਹੁੰਦਾ, ਉਹਦਾ ਫਿਊਚਰ ਦੇਖ ਕੇ ਆਪਾਂ ਉਹਨੂੰ ਬਾਹਰ ਭੇਜਦੇ ਹਾਂ। ਜੇ ਆਪਣਾ ਫਿਊਚਰ ਉਰੇ ਸੈੱਟ ਹੋਊਗਾ ਤਾਂ ਆਪਾਂ ਬਾਹਰ ਬਾਰੇ ਨਹੀਂ ਸੋਚਾਂਗੇ। ਆਪਣੇ ਉਰੇ ਰੂਲਸ ਕੀ ਨੇ ਤੁਹਾਡੇ ਸਾਹਮਣੇ ਆ ਕੀ ਉਰੇ ਹੈਗਾ ਮੇਰੇ ਹਿਸਾਬ ਨਾਲ ਕੋਈ ਪਾਰਕਿੰਗ ਦਾ ਸੋਰਸ ਕੁਛ ਵੀ ਨਹੀਂ ਆ। ਜੇ ਆਪਾਂ ਸਾਰੇ ਸਟੂਡੈਂਟਸ ਹੀ ਨੇ, ਮੋਸਟਲੀ ਸਟੂਡੈਂਟਸ ਹੀ ਆਉਂਦੇ ਨੇ। ਬਿਲਕੁਲ, ਇੱਕ ਸਟੂਡੈਂਟਸ ਇੱਦਾਂ ਦੀ ਪੀੜ੍ਹੀ ਆ ਜਿਹੜੀ ਕੱਲ੍ਹ ਦਾ ਫਿਊਚਰ ਆ, ਯੂਥ ਆ। ਕੱਲ੍ਹ ਨੂੰ ਉਹਨਾਂ ਨੇ ਸਾਂਭਣਾ ਪੰਜਾਬ ਨੂੰ। ਹੁਣ ਆਪਣੇ ਪੰਜਾਬ ਦੇ ਵਿੱਚੋਂ ਡਾਕਟਰ ਦਾ ਬੱਚਾ ਉਰੇ ਨਹੀਂ ਰਹਿ ਰਿਹਾ, ਵਕੀਲ ਦਾ ਬੱਚਾ ਉਰੇ ਨਹੀਂ ਰਹਿ ਰਿਹਾ। ਮਿਡਲ ਕਲਾਸ ਫੈਮਿਲੀ ਵਿੱਚੋਂ ਮੇਰੇ ਹਿਸਾਬ ਨਾਲ 50 ਤੋਂ 60% ਲੋਕੀ ਇੱਦਾਂ ਹੁੰਦੇ ਨੇ ਕਿ ਮੈਂ ਆਪਣੇ ਜਵਾਕ ਲਈ ਨਾ 20-25 ਲੱਖ ਰੁਪਏ ਸਾਈਡ 'ਤੇ ਰੱਖਾਂ। ਕਿਉਂ? ਬਾਹਰ ਜਾਣਾ। ਪਹਿਲਾਂ ਕੀ ਹੁੰਦਾ ਸੀਗਾ, 20-25 ਲੱਖ ਰੁਪਏ ਸਾਈਡ 'ਤੇ ਰੱਖੀ ਇਹਦਾ ਵਿਆਹ ਕਰਨਾ। ਅੱਜ ਵਿਆਹ ਦਾ ਸੀਨ ਇੰਨਾ ਨਹੀਂ ਹੈਗਾ। ਅੱਜ ਇਸ ਟਾਈਮ ਇਹ ਆ ਕਿ ਅਸੀਂ ਬਾਹਰ ਜਾਣ ਦਾ ਸੀਨ ਆ। ਕੋਈ ਵੀ ਨਹੀਂ ਰਹਿਣਾ ਚਾਹੁੰਦਾ। ਰੀਜ਼ਨ ਕੀ ਆ ਉਹਦਾ? ਆਪਣੇ ਉਰੇ ਗੌਰਮੈਂਟ ਹੀ ਮੇਰੇ ਹਿਸਾਬ ਨਾਲ ਕਹਾਂਗੇ ਹਰ ਇੱਕ ਚੀਜ਼ ਕਿਹਦੇ ਹੱਥ 'ਚ ਆ? ਗੌਰਮੈਂਟ ਦੇ ਹੱਥ 'ਚ ਆ। ਜੇ ਹੁਣ ਗੌਰਮੈਂਟ ਹੀ ਨਹੀਂ ਆਪਣੇ ਉਰੇ ਬਾਰੇ ਸੋਚੂਗੀ ਤਾਂ ਮੇਰੇ ਹਿਸਾਬ ਨਾਲ ਇਨ ਫਿਊਚਰ ਕੋਈ ਵੀ ਆਪਣਾ ਮਾਈਂਡ ਉਰੇ ਰਹਿਣ ਬਾਰੇ ਨਹੀਂ ਸੋਚੂਗਾ। ਸਰ, ਇੱਕ ਸਟੂਡੈਂਟ ਦੀ ਵੀ ਯੂਕਰੇਨ ਦੇ ਵਿੱਚ ਕਿ ਡੈਥ ਹੋ ਗਈ ਹੈ ਤੇ ਪੇਰੈਂਟਸ ਵੀ ਕਾਫੀ ਮਤਲਬ ਕਿ ਪਰੇਸ਼ਾਨ ਨੇ। ਬਾਕੀ ਹੋਰ ਜਿਹੜੇ ਸਟੂਡੈਂਟ ਫਸੇ ਹੋਏ ਨੇ ਇਸ ਟਾਈਮ ਪਰੇਸ਼ਾਨ ਨੇ। ਤੇ ਤਾਂ ਵੀ ਮਤਲਬ ਕਿ ਕਿਤੇ ਨਾ ਕਿਤੇ ਚੇਂਜ ਹੋਊਗਾ ਮਾਈਂਡ ਜਾਂ ਫਿਰ ਵੀ ਉਦਾਂ ਹੀ ਆਪਣਾ ਪੰਜਾਬ ਦਾ ਯੂਥ ਬਾਹਰ ਜਾਂਦਾ ਰਹੂਗਾ। ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਈਂਡ ਸੈੱਟ ਹੋਊਗਾ। ਕਰੋਨਾ ਚੱਲਿਆ, ਹੁਣ ਕਰੋਨਾ ਤੋਂ ਬਾਅਦ ਕਿੰਨੀਆਂ ਫਾਈਲਸ ਪੈਂਡਿੰਗ ਨੇ। ਉਹ ਕਿਉਂ ਨੇ? ਕਿ ਉਰੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ। ਭਾਵੇਂ ਬਾਹਰ ਹੁਣ ਆਸਟ੍ਰੇਲੀਆ ਦੇ ਵਿੱਚ ਕਿੰਨਾ ਕੁਛ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਉਰੇ ਕੈਨੇਡਾ ਦੇ ਵਿੱਚ ਕਰੋਨਾ ਕਰਕੇ ਕਿੰਨਾ ਕੁਛ ਹੋਇਆ, ਅਮਰੀਕਾ ਦੇ ਵਿੱਚ ਕਿੰਨਾ ਕੁਛ ਹੋਇਆ। ਕਿਸੇ ਦਾ ਮਾਈਂਡ ਦੁਬਾਰਾ ਸੈੱਟ ਹੋਇਆ? 10 ਦਿਨ ਦੀ ਗੇਮ ਆ ਸਿਰਫ। ਉਸ ਤੋਂ ਬਾਅਦ ਤੁਸੀਂ ਆਪ ਦੇਖ ਲਿਓ ਫਾਈਲਸ ਦੇ ਮੇਰੇ ਹਿਸਾਬ ਨਾਲ ਮੁੱਦੇ ਵਧਣਗੇ ਘਟਣਗੇ ਨਹੀਂ। ਕੋਈ ਵੀ ਨਹੀਂ ਰਹਿਣਾ ਚਾਹੁੰਦਾ ਜੀ। ਰੀਜ਼ਨ ਕੀ ਆ? ਗੌਰਮੈਂਟ। ਸੋ ਸਟੂਡੈਂਟਸ ਦੇ ਨਾਲ ਇੱਥੇ ਅਸੀਂ ਗੱਲਬਾਤ ਕੀਤੀ ਹੈ ਜੋ ਯੂਕਰੇਨ ਦੇ ਵਿੱਚ ਚੱਲ ਰਿਹਾ ਹੈ ਲਗਾਤਾਰ, ਜਿਹੜੇ ਕਿ ਉੱਥੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ, ਹਾਲਾਤ ਬਹੁਤ ਮਾੜੇ ਨੇ, ਕਈ ਸਟੂਡੈਂਟਸ ਫਸੇ ਹੋਏ ਨੇ। ਉਹਨਾਂ ਦਾ ਇਹੀ ਕਹਿਣਾ ਹੈ ਕਿ ਸਟੂਡੈਂਟਸ ਬਾਹਰ ਜਾਂਦੇ ਨੇ ਆਪਣੇ ਫਿਊਚਰ ਨੂੰ ਲੈ ਕੇ, ਆਪਣੇ ਫਿਊਚਰ ਬਾਰੇ ਸੋਚ ਕੇ ਕਿ ਕੋਈ ਵੀ ਜਿਹੜਾ ਕਿ ਆਪਣੇ ਪੇਰੈਂਟਸ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੀਦਾ। ਤੇ ਉਹਨਾਂ ਦੇ ਮੁਤਾਬਿਕ ਕਿ ਸਰਕਾਰ ਨੂੰ ਇੱਥੇ ਹੀ ਉਹ ਬਾਹਰ ਵਾਲੀਆਂ ਜਿਹੜੇ ਕਿ ਫੈਸਿਲਿਟੀਜ਼ ਨੇ ਉਹ ਇੱਥੇ ਪ੍ਰੋਵਾਈਡ ਕਰਵਾਉਣੀਆਂ ਚਾਹੀਦੀਆਂ ਨੇ ਸਟੂਡੈਂਟਸ ਨੂੰ, ਚਾਹੇ ਇੰਪਲੋਇਮੈਂਟ ਨੂੰ ਲੈ ਕੇ, ਚਾਹੇ ਐਜੂਕੇਸ਼ਨ ਨੂੰ ਲੈ ਕੇ, ਕਿਉਂਕਿ ਸਟੂਡੈਂਟਸ ਬਾਹਰ ਜਾਂਦੇ ਨੇ ਐਜੂਕੇਸ਼ਨ ਦੇ ਲਈ, ਇੰਪਲੋਇਮੈਂਟ ਦੇ ਲਈ। ਤੇ ਇੱਥੇ ਹੀ ਸਰਕਾਰ ਨੂੰ ਉਹੀ ਜਿਹੜੀ ਕਿ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਜੋ ਪੰਜਾਬ ਦਾ ਯੂਥ ਇੱਥੇ ਹੀ ਰਹੇ, ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਨਾ ਜਾਵੇ, ਆਪਣੇ ਦੇਸ਼ ਦੇ ਵਿੱਚ ਹੀ ਰਹੇ, ਆਪਣੇ ਪਰਿਵਾਰ ਦੇ ਨਾਲ ਰਹੇ। ਕੈਮਰਾਮੈਨ ਆਕਾਸ਼ ਮਾਂਡੀ ਨਾਲ ਪਰਮਜੀਤ ਕੌਰ, ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ।